ਸਾਡੇ ਨਾਲ ਜੁੜੇ ਰਹਿਣ ਦੇ ਲਈ YouTube ਦਾ ਚੈਨਲ ਅੰਮ੍ਰਿਤ ਬਾਣੀ ਸੇਵਾ ਦਾ ਜਰੂਰ ਸਬਸਕ੍ਰਾਈਬ ਕਰੋ ਤੇ ਬੈਲ ਬਟਨ ਜਰੂਰ ਪ੍ਰੈਸ ਕਰੋ ਤਾਂ ਕਿ ਤੁਹਾਡੇ ਤੱਕ ਸਾਡੀ ਨਵੀਂ ਨੋਟੀਫਿਕੇਸ਼ਨ ਜਲਦੀ ਪਹੁੰਚ ਸਕੇ। ਭਗਤ ਜੈਦੇਵ ਜੀ। ਭਾਈ ਗੁਰਦਾਸ ਜੀ ਆਪਣੀ 10ਵੀਂ ਵਾਰ ਦੀ 10ਵੀਂ ਪੌੜੀ ਵਿੱਚ ਭਗਤ ਜੈਦੇਵ ਜੀ ਦੇ ਜੀਵਨ ਪ੍ਰਥਾ ਇਸ਼ਾਰਾ ਦਿੰਦੇ ਹਨ ਕਿ ਪ੍ਰੇਮ ਭਗਤ ਜੈਦੇਵ ਕਰ ਗੀਤ ਗੋਬਿੰਦ ਸਹਿਜ ਧੁਨ ਗਾਵੈ, ਲੀਲਾ ਚਲਤ ਵਖਾਣ ਦਾ ਅੰਤਰ ਜਾਮੀ ਠਾਕੁਰ ਭਾਵੈ। ਅੱਖਰ ਇੱਕ ਨਾ ਆਵੜੈ, ਪੁਸਤਕ ਬੰਨ ਸੰਧਿਆ ਘਰ ਆਵੈ, ਗੁਣ ਨਿਧਾਨ ਘਰ ਆਏ ਕੈ, ਭਗਤ ਰੂਪ ਲਿਖ ਲੇਖ ਬਣਾਵੈ। ਅੱਖਰ ਪੜ ਪ੍ਰਤੀਤ ਕਰ, ਹੋਏ ਵਿਸਮਾਦ ਨਾ ਅੰਗ ਸਮਾਵੈ। ਵੇਖੈ ਜਾਏ ਉਜਾੜ ਵਿੱਚ ਬਿਰਖ ਏਕ, ਅਚਰਜ ਸੁਹਾਵੈ। ਗੀਤ ਗੋਬਿੰਦ ਸੰਪੂਰਣੋ, ਪਤ ਪਤ ਲਿਖਿਆ ਅੰਤ ਨ ਪਾਵੈ। ਭਗਤ ਹੇਤ ਪ੍ਰਗਾਸ ਕਰ, ਹੋਏ ਦਇਆਲ ਮਿਲੈ ਗਲ ਲਾਵੈ। ਸੰਤ ਅਨੰਤ ਨਾ ਭੇਦ ਗੁਣਾਵੈ। ਇਸ ਪੌੜੀ ਦਾ ਅਖਰੀ ਅਰਥ ਇਸ ਪ੍ਰਕਾਰ ਹੈ ਕਿ ਭਗਤ ਜੈਦੇਵ ਜੀ ਪ੍ਰਭੂ ਦੀ ਪ੍ਰੇਮਾ ਭਗਤੀ ਕਰਦੇ ਹੋਏ ਗੋਬਿੰਦ ਸਰੂਪ ਪਰਮੇਸ਼ਰ ਦੇ ਗੀਤ ਸਹਿਜ ਵਿੱਚ ਸੁਤੇ ਸਿੱਧ ਬੜੇ ਪ੍ਰੇਮ ਨਾਲ ਗਾਇਆ ਕਰਦੇ ਸਨ। ਪਰਮੇਸ਼ਰ ਦੇ ਕਰਤੱਵਾਂ ਦਾ, ਉਹਦੀਆਂ ਖੇਲਾਂ ਦਾ ਵਿਖਿਆਨ ਕਰਿਆ ਕਰਦੇ ਸਨ ਅਤੇ ਅਜਿਹੇ ਭਗਤ ਪਰਮੇਸ਼ਰ ਜੀ ਨੂੰ ਭਾਉਂਦੇ ਸਨ। ਉਹ ਗੀਤ ਗੋਬਿੰਦ ਗ੍ਰੰਥ ਲਿਖਦੇ ਲਿਖਦੇ ਇੱਕ ਤੁਕ ਉੱਪਰ ਅੜ ਗਏ, ਕਿਉਂਕਿ ਉਹਨਾਂ ਨੂੰ ਉਹ ਅੱਖਰ ਔੜ ਨਹੀਂ ਸੀ ਰਿਹਾ। ਬੜਾ ਜ਼ੋਰ ਲਾਇਆ ਪਰ ਉਹ ਅੱਖਰ ਉਹਨਾਂ ਦੇ ਸਮਝ ਵਿੱਚ ਨਾ ਹੋਇਆ। ਸੋ ਪੁਸਤਕ ਸਾਂਭ ਕੇ ਸੰਧਿਆ ਨੂੰ ਵਾਪਸ ਘਰੇ ਆ ਜਾਵਣ। ਗੁਣਾਂ ਦੇ ਸਮੁੰਦਰ ਪਰਮੇਸ਼ਰ ਨੇ ਭਗਤ ਰੂਪ ਧਾਰ ਕੇ, ਭਾਵ ਜੈਦੇਵ ਜੀ ਦਾ ਰੂਪ ਧਾਰ ਕੇ, ਉਹ ਜਿਸ ਅੱਖਰ ਉੱਤੇ ਅਟਕੇ ਹੋਏ ਸਨ ਉਹ ਤੁਕ ਬਣਾ ਦਿੱਤੀ ਔਰ ਗ੍ਰੰਥ ਸੰਪੂਰਨ ਕਰ ਦਿੱਤਾ। ਜਦੋਂ ਜੈਦੇਵ ਜੀ ਨੇ ਉਹ ਅੱਖਰ ਪੜ੍ਹਿਆ ਅਤੇ ਬਹੁਤ ਅਚਰਜ ਵਿੱਚ ਆਇਆ ਔਰ ਬਹੁਤ ਹੈਰਾਨ ਹੋ ਕੇ ਫੁੱਲਿਆ ਨਾ ਸਮਾਵੇ। ਫਿਰ ਜਦ ਉਹ ਉਸੇ ਥਾਂ ਇਕਾਂਤ ਵਿੱਚ ਜਿੱਥੇ ਉਹ ਬੈਠ ਕੇ ਪ੍ਰਭੂ ਪਰਮੇਸ਼ਰ ਦੇ ਗੀਤ ਲਿਖਿਆ ਕਰਦੇ ਸਨ ਉੱਥੇ ਗਏ ਤੇ ਇੱਕ ਬਹੁਤ ਹੀ ਅਚਰਜ ਬਿਰਸ਼ ਸਾਹਮਣੇ ਦਿਸੇ ਆਇਆ। ਉਸ ਦੇ ਪੱਤੇ ਪੱਤੇ ਪੁਰ ਗੀਤ ਗੋਬਿੰਦ ਦਾ ਪਾਠ ਲਿਖਿਆ ਹੋਇਆ ਸੀ। ਭਗਤ ਦੇ ਪ੍ਰੇਮ ਕਰਕੇ, ਪ੍ਰਕਾਸ਼ ਕਰਕੇ ਦਿਆਲ ਪਰਮੇਸ਼ਰ ਜੀ ਉਸ ਭਗਤ ਨੂੰ ਗਲੇ ਮਿਲੇ। ਪਰਮੇਸ਼ਰ ਸੰਤਾਂ ਨਾਲ ਭੇਦ ਨਹੀਂ ਗਣਾਉਂਦਾ। ਭਗਤ ਜੈਦੇਵ ਜੀ ਦਾ ਸੰਖੇਪ ਜੀਵਨ ਬਿਉਰਾ ਇਸ ਪ੍ਰਕਾਰ ਮਿਲਦਾ ਹੈ। ਆਪ ਜੀ ਦੇ ਪਿਤਾ ਜੀ ਦਾ ਨਾਮ ਸ੍ਰੀ ਭੋਜਦੇਵ ਜੀ, ਮਾਤਾ ਜੀ ਦਾ ਨਾਮ ਰਾਮ ਦੇਵੀ ਜੀ, ਉਹਨਾਂ ਨੂੰ ਬਾਮ ਦੇਵੀ ਜੀ ਕਰਕੇ ਵੀ ਯਾਦ ਕੀਤਾ ਜਾਂਦਾ ਹੈ। 1201 ਈਸਵੀ ਦੇ ਵਿੱਚ ਇਹਨਾਂ ਦਾ ਜਨਮ ਪਿੰਡ ਕੰਟੂਲੀ, ਜ਼ਿਲ੍ਹਾ ਬੀਰਭੂਮ ਵਿੱਚ ਹੋਇਆ। ਸੁਪਤਨੀ ਦਾ ਨਾਮ ਪਦਮਾਵਤੀ ਸੀ। ਸੰਸਕ੍ਰਿਤ ਦੇ ਬੜੇ ਮਹਾਨ ਵਿਦਵਾਨ ਹੋਏ। ਇਹਨਾਂ ਨੇ ਦਰਸ਼ਨ ਰਾਘਵ, ਗੀਤ ਗੋਬਿੰਦੇ, ਚੰਦਰਲੋਕ ਇਤਆਦਿਕ ਗ੍ਰੰਥਾਂ ਦੀ ਰਚਨਾ ਕੀਤੀ। ਸੰਸਕ੍ਰਿਤ, ਪ੍ਰਾਕਿਰਤ ਅਤੇ ਸੰਤ ਭਾਖਾ ਦੇ ਬਹੁਤ ਵੱਡੇ ਗਿਆਤਾ ਸਨ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਆਪ ਜੀ ਦਾ ਇੱਕ ਸ਼ਬਦ ਪੰਨਾ 526 ਉੱਪਰ ਰਾਗ ਗੁਜਰੀ ਵਿੱਚ ਵਿਦਮਤ ਹੈ। ਦੂਸਰਾ ਸ਼ਬਦ ਰਾਗ ਮਾਰੂ ਵਿੱਚ ਪੰਨਾ 1106 ਉੱਪਰ ਅੰਕਿਤ ਹੈ। ਆਪ ਜੀ ਦੀ ਪ੍ਰਸਿੱਧੀ ਸਾਰੇ ਹਿੰਦੁਸਤਾਨ ਵਿੱਚ ਇੱਕ ਉੱਚ ਕੋਟੀ ਦੇ ਵਿਦਵਾਨ ਵਜੋਂ ਹੋਈ। ਖਾਸ ਕਰਕੇ ਪੰਜਾਬ ਤੋਂ ਬੰਗਾਲ ਅਤੇ ਉੜੀਸਾ ਤੋਂ ਆਂਧਰਾ ਤੱਕ ਆਪ ਜੀ ਦੇ ਸਿੱਖੀ ਕਾਫੀ ਫੈਲੀ ਹੋਈ ਸੀ। 1273 ਈਸਵੀ ਵਿੱਚ ਭਗਤ ਜੈਦੇਵ ਜੀ ਨੇ ਪਰਲੋਕ ਗਮਨ ਕੀਤਾ। ਭਗਤ ਜੈਦੇਵ ਜੀ ਦਾ ਜਨਮ ਬੰਗਾਲ ਦੇ ਨਗਰ ਕਿੰਦੂਬਲ ਵਿੱਚ ਹੋਇਆ। ਆਪ ਜੀ ਦੀ ਮਾਤਾ ਜੀ ਦਾ ਨਾਮ ਮਾਤਾ ਬਾਮ ਦੇਵੀ ਅਤੇ ਪਿਤਾ ਭੋਜਦੇਵ ਸੀ। ਉਹ ਹਿੰਦੂ ਮਤ ਅਨੁਸਾਰ ਕ੍ਰਿਸ਼ਨ ਜੀ ਦੇ ਉਪਾਸ਼ਕ ਸਨ। ਜੈਦੇਵ ਜੀ ਨੂੰ ਉਹਨਾਂ ਦੇ ਮਾਤਾ ਪਿਤਾ ਨੇ ਸੰਸਕ੍ਰਿਤ ਦੀ ਵਿਦਿਆ ਪੜ੍ਹਨ ਵਾਸਤੇ ਪਿੰਡ ਦੀ ਪਾਠਸ਼ਾਲਾ ਵਿੱਚ ਪੜ੍ਹਨੇ ਪਾਇਆ। ਆਪ ਜੀ ਨੂੰ ਮੁੱਢ ਤੋਂ ਹੀ ਰਾਗ ਨਾਲ ਪ੍ਰੇਮ ਸੀ ਅਤੇ ਪ੍ਰਭੂ ਭਗਤੀ ਦੀ ਲਗਨ ਸੀ। ਆਪ ਆਪਣੀ ਮਾਤਾ ਨਾਲ ਹੀ ਮੰਦਰ ਜਾਂਦੇ, ਪ੍ਰਭੂ ਦੇ ਗੁਣ ਗਾਨ ਕਰਦੇ। ਇਵੇਂ ਵਿਰਸੇ ਵਿੱਚੋਂ ਕ੍ਰਿਸ਼ਨ ਜੀ ਦੀ ਉਪਾਸ਼ਨਾ ਦੀ ਦਾਤ ਹਿਰਦੇ ਵਿੱਚ ਪ੍ਰਬਲ ਹੋ ਗਈ।
ਆਪ ਦੇ ਮਾਤਾ ਪਿਤਾ ਛੋਟੀ ਉਮਰ ਵਿੱਚ ਹੀ ਇਹਨਾਂ ਨੂੰ ਛੱਡ ਕੇ ਪਰਲੋਕ ਗਮਨ ਕਰ ਗਏ, ਪਰ ਆਪ ਜੀ ਨੇ ਵਿਦਿਆ ਪ੍ਰਾਪਤੀ ਅਤੇ ਪ੍ਰੇਮਾ ਭਗਤੀ ਦਾ ਮਾਰਗ ਨਾ ਤਿਆਗਿਆ। ਚੜ੍ਹਦੀ ਜਵਾਨੀ ਵਿੱਚ ਹੀ ਭਗਤ ਜੈਦੇਵ ਜੀ ਇੱਕ ਉੱਚ ਕੋਟੀ ਦੇ ਵਿਦਵਾਨ, ਕਵੀ ਅਤੇ ਗਵਈਏ ਦੇ ਰੂਪ ਵਿੱਚ ਕਾਫੀ ਪ੍ਰਭਤਾ ਪ੍ਰਾਪਤ ਕਰ ਗਏ ਸਨ। ਮੁੱਢ ਤੋਂ ਹੀ ਬੰਗਾਲ ਰਾਜ ਵਿੱਚ ਨਾਚ, ਕਵਿਤਾ ਅਤੇ ਭਗਤੀ ਭਾਵ ਨੂੰ ਬਹੁਤ ਸਤਿਕਾਰਿਆ ਜਾਂਦਾ ਸੀ। ਇੱਕ ਪੰਡਤ ਨੇ ਆਪਣੀ ਪੁੱਤਰੀ ਦਾ ਵਿਆਹ ਭਗਤ ਜੈਦੇਵ ਜੀ ਦੇ ਨਾ ਚਾਹੁੰਦਿਆਂ ਹੋਇਆਂ ਵੀ ਜ਼ੋਰ ਪਾ ਕੇ ਮੱਲੋ ਮੱਲੀ ਕਰ ਦਿੱਤਾ। ਮਜਬੂਰਨ ਭਗਤ ਜੀ ਨੂੰ ਪੰਡਤ ਜੀ ਦੀ ਪੁੱਤਰੀ ਨੂੰ ਪ੍ਰਵਾਨ ਕਰਨਾ ਪਿਆ, ਕਿਉਂਕਿ ਪੰਡਤ ਆਪਣੀ ਲੜਕੀ ਨੂੰ ਭਗਤ ਜੈਦੇਵ ਜੀ ਪਾਸ ਬਿਠਾ ਕੇ ਆਪਣੇ ਮਨੋਂ ਸੰਕਲਪ ਦੁਆਰਾ ਵਿਆਹ ਕਰਕੇ ਚਲਾ ਗਿਆ ਸੀ। ਸੋ ਭਗਤ ਜੀ ਪਾਸ ਹੁਣ ਕੋਈ ਵੀ ਹੋਰ ਚਾਰਾ ਨਹੀਂ ਸੀ। ਭਗਤ ਜੀ ਦੇ ਬਹੁਤ ਆਖਣ ਤੇ ਉਸ ਬੱਚੀ ਨੇ ਵੀ ਭਗਤ ਜੀ ਦਾ ਸਾਥ ਨਾ ਛੱਡਿਆ। ਇਵੇਂ ਭਗਤ ਜੀ ਅਤੇ ਪੰਡਤ ਦੀ ਪੁੱਤਰੀ ਦੋਵੇਂ ਭਗਤੀ ਵਿੱਚ ਮਗਨ ਰਹਿਣ ਲੱਗੇ। ਰਾਜਾ ਲਛਮਣ ਸੈਣ ਲੋਕਾਂ ਦੁਆਰਾ ਜੈਦੇਵ ਦੀ ਉਪਮਾ ਸੁਣ ਕੇ ਭਗਤ ਜੈਦੇਵ ਜੀ ਦੇ ਪਾਸ ਆਪਣੇ ਪਿਆਦੇ ਭੇਜੇ ਅਤੇ ਉਹਨਾਂ ਨੂੰ ਰਾਜ ਦਰਬਾਰ ਵਿੱਚ ਸੱਦ ਕੇ ਬੜੇ ਸਤਿਕਾਰ ਨਾਲ ਆਪਣਾ ਰਾਜ ਕਵੀ ਨਿਯੁਕਤ ਕੀਤਾ। ਭਗਤ ਜੈਦੇਵ ਜੀ ਨੂੰ ਰਾਜ ਦਰਬਾਰ ਵਿੱਚ ਮਾਣ ਸਤਿਕਾਰ ਪ੍ਰਾਪਤ ਹੋਇਆ, ਪਰ ਆਪ ਜੀ ਨੇ ਦੁਨਿਆਵੀ ਪ੍ਰਭਤਾ, ਦੁਨਿਆਵੀ ਸਤਿਕਾਰ ਮਿਲਣ ਦੇ ਬਾਵਜੂਦ ਵੀ ਆਪਣਾ ਸਾਧੂ ਸੁਭਾਅ ਤਿਆਗਿਆ ਨਾ। ਰਾਜਸੀ ਵਡਿਆਈ ਵੀ ਆਪ ਜੀ ਨੂੰ ਮੋਹ ਨਾ ਸਕੀ। ਜੈਦੇਵ ਜੀ ਬੈਰਾਗੀ ਸੁਭਾਅ ਦੇ ਸਨ। ਰਾਜ ਦਰਬਾਰ ਵਿੱਚ ਜੈਦੇਵ ਜੀ ਨੇ ਆਪਣੇ ਆਪ ਨੂੰ ਬੜਾ ਬੱਝਾ ਹੋਇਆ ਮਹਿਸੂਸ ਕੀਤਾ, ਇੱਕ ਕੈਦੀ ਦੀ ਤਰ੍ਹਾਂ ਸਮਝਿਆ। ਆਪ ਜੀ ਨੇ ਰਾਜਾ ਲਛਮਣ ਸੈਣ ਦੀ ਨੌਕਰੀ ਤਿਆਗ ਦਿੱਤੀ। ਫਿਰ ਆਪ ਸਵਖਤੇ ਹੀ ਜੰਗਲ ਵਿੱਚ ਚਲੇ ਜਾਂਦੇ। ਇੱਕ ਸੁੰਦਰ ਬ੍ਰਿਸ਼ ਹੇਠ ਬੈਠ ਕੇ ਕ੍ਰਿਸ਼ਨ ਜੀ ਦੀ ਉਪਮਾ ਵਿੱਚ ਪਦੇ ਲਿਖਦੇ, ਜੋ ਬਾਅਦ ਵਿੱਚ ਗੀਤ ਗੋਬਿੰਦੇ ਪੁਸਤਕ ਦੇ ਨਾਂ ਨਾਲ ਮਸ਼ਹੂਰ ਹੋਈ। ਆਪ ਜੀ ਇੰਨੇ ਕਰੁਣਾਮਈ ਰਸ ਭਿੰਨੇ ਗੀਤ ਰਚਦੇ ਅਤੇ ਗਾਉਂਦੇ ਸਨ ਕਿ ਕ੍ਰਿਸ਼ਨ ਜੀ ਦੇ ਪ੍ਰੇਮ ਦੀਵਾਨਿਆਂ ਦੇ ਮਨਾਂ ਨੂੰ ਅਥਾਹ ਸਕੂਨ ਮਿਲਦਾ ਅਤੇ ਇਹਨਾਂ ਦੇ ਬੋਲ ਪ੍ਰੇਮ ਨਾਲ ਉਹਨਾਂ ਦੇ ਮਨ ਨੂੰ ਮੋਹ ਲੈਂਦੇ। ਭਾਈ ਗੁਰਦਾਸ ਜੀ ਨੇ ਵੀ ਆਪਣੀ ਵਾਰ ਵਿੱਚ ਲਿਖਿਆ ਹੈ ਕਿ ਗੀਤ ਗੋਬਿੰਦ ਪੁਸਤਕ ਦੇ ਰਚਦੇ ਸਮੇਂ ਇੱਕ ਤੁਕ ਨੂੰ ਸਾਰੀ ਦਿਹਾੜੀ ਸੋਚਣ ਪਿੱਛੋਂ ਵੀ ਆਪ ਪੂਰੀ ਨਾ ਕਰ ਸਕੇ। ਜੈਦੇਵ ਜੀ ਦੇ ਨਦੀ ਦੇ ਇਸ਼ਨਾਨ ਕਰਨ ਜਾਣ ਤੋਂ ਪਿੱਛੋਂ ਭਗਵਾਨ ਕ੍ਰਿਸ਼ਨ ਜੀ ਨੇ ਜੈਦੇਵ ਦਾ ਰੂਪ ਧਾਰਨ ਕਰਕੇ ਉਸ ਤੁਕ ਨੂੰ ਪੂਰਾ ਕੀਤਾ। ਭਗਵਾਨ ਕ੍ਰਿਸ਼ਨ ਨੇ ਮਿਹਰ ਕਰਕੇ ਆਪਣੇ ਭਗਤ ਜੈਦੇਵ ਜੀ ਪਾਸੋਂ ਗੀਤ ਗੋਬਿੰਦ ਗ੍ਰੰਥ ਸੰਪੂਰਨ ਕਰਵਾਇਆ। ਕਹਿੰਦੇ ਹਨ ਕਿ ਜੈਦੇਵ ਨਾਲ ਈਰਖਾ ਕਰਕੇ ਜਗਨਨਾਥਪੁਰੀ ਦੇ ਰਾਜੇ ਨੇ ਵੀ ਪੰਡਤਾਂ ਪਾਸੋਂ ਮਾਇਆ ਖਰਚ ਕੇ ਇੱਕ ਗੀਤ ਗੋਬਿੰਦ ਨਾਮੀ ਗ੍ਰੰਥ ਲਿਖਵਾ ਕੇ ਸਿਫਾਰਸ਼ੀ ਢੰਗ ਨਾਲ ਮੰਦਰ ਵਿੱਚ ਆਪਣੀ ਉਪਮਾ ਕਰਵਾਉਣ ਦਾ ਯਤਨ ਕੀਤਾ। ਉਸ ਸਮੇਂ ਪੁਜਾਰੀ ਪ੍ਰੇਮਾ ਭਗਤੀ ਦੀ ਭਾਵਨਾ ਵਾਲਾ ਸੀ, ਜੋ ਜਗਨਨਾਥ ਦਾ ਮੰਦਰ ਦਾ ਪੁਜਾਰੀ ਸੀ, ਜਿਸ ਕਾਰਨ ਉਸਨੇ ਭਗਵਾਨ ਜੀ ਦੀ ਮੂਰਤੀ ਪਾਸੋਂ ਹੀ ਜੈਦੇਵ ਜੀ ਅਤੇ ਰਾਜਾ ਜੋ ਉਸ ਵੇਲੇ ਦਾ ਸੀ, ਜਿਸ ਨੇ ਧੱਕੇ ਨਾਲ ਆਪਣੇ ਨਾਂ ਹੇਠ ਲਿਖਾਰੀਆਂ ਤੋਂ ਗ੍ਰੰਥ ਲਿਖਵਾ ਕੇ ਗੀਤ ਗੋਬਿੰਦੇ ਗ੍ਰੰਥ ਨੂੰ ਪ੍ਰਚਲਿਤ ਕਰਨ ਦਾ ਯਤਨ ਕੀਤਾ। ਸੋ ਉਸ ਰਾਜੇ ਦੇ ਅਤੇ ਭਗਤ ਜੈਦੇਵ ਜੀ ਦੇ ਗ੍ਰੰਥ ਦਾ ਨਿਰਣਾ ਕਰਵਾਉਣ ਲਈ ਕਿ ਅਸਲੀ ਗ੍ਰੰਥ ਪਰਮੇਸ਼ਰ ਨੂੰ ਕਿਹੜਾ ਭਾਉਂਦਾ ਹੈ, ਸੋ ਉਸ ਪ੍ਰਭੂ ਭਗਤੀ ਦੀ ਭਾਵਨਾ ਵਾਲੇ ਪੁਜਾਰੀ ਨੇ ਪਰਮੇਸ਼ਰ ਦੇ ਪਾਸ ਬੇਨਤੀ ਕੀਤੀ। ਆਖਦੇ ਹਨ ਕਿ ਮੂਰਤੀ ਵੱਲੋਂ ਜੈਦੇਵ ਭਗਤ ਜੀ ਦਾ ਗ੍ਰੰਥ ਪ੍ਰਵਾਨ ਕੀਤਾ ਗਿਆ ਅਤੇ ਰਾਜੇ ਦਾ ਗ੍ਰੰਥ ਅਪ੍ਰਵਾਨ ਹੋ ਕੇ ਬਾਹਰ ਬੈਠੇ ਲੋਕਾਂ ਪਾਸ ਭਗਵਾਨ ਜੀ ਦੀ ਸ਼ਕਤੀ ਦੁਆਰਾ ਪੁੱਜ ਗਿਆ। ਜੈਦੇਵ ਜੀ ਦਾ ਰਚਿਆ ਗ੍ਰੰਥ ਭਗਵਾਨ ਕ੍ਰਿਸ਼ਨ ਜੀ ਦੀ ਮੂਰਤੀ ਪਾਸ ਸਥਾਪਿਤ ਰਿਹਾ। ਇਸੇ ਨਿਰਣੇ ਨਾਲ ਜੈਦੇਵ ਜੀ ਦੇ ਪ੍ਰੇਮਾ ਭਗਤੀ ਵਾਲੇ ਗ੍ਰੰਥ ਦੀ ਗੀਤ ਗੋਬਿੰਦੇ ਗ੍ਰੰਥ ਦੀ ਪ੍ਰਵਾਨਗੀ ਹੋਈ। ਜਦੋਂ ਰਾਜੇ ਦੀ ਇਸ ਕੋਝੀ ਚਾਲ ਦਾ ਸਪਸ਼ਟ ਰੂਪ ਵਿੱਚ ਮੰਦਰ ਵਿੱਚ ਬੈਠੀ ਸੰਗਤ ਦੇ ਸਾਹਮਣੇ ਭਾਂਡਾ ਫੁੱਟਾ, ਤਦ ਰਾਜੇ ਨੇ ਸ਼ਰਮਿੰਦਗੀ ਦੇ ਮਾਰੇ ਸਮੁੰਦਰ ਵਿੱਚ ਡੁੱਬ ਮਰਨ ਦਾ ਸੰਕਲਪ ਧਾਰਨ ਕਰ ਲਿਆ। ਭਗਵਾਨ ਜੀ ਨੇ ਉਸ ਨੂੰ ਵੀ ਦਰਸ਼ਨ ਦਿੱਤੇ ਅਤੇ ਉਸ ਦੇ ਅੰਦਰੋਂ ਈਰਖਾ ਕੱਢ ਕੇ ਜੈਦੇਵ ਵੱਲੋਂ ਰਚੇ ਗ੍ਰੰਥ ਦਾ ਆਦਰ ਸਤਿਕਾਰ ਕਰਨ ਦਾ ਉਪਦੇਸ਼ ਦਿੱਤਾ। ਉਸ ਉਪਦੇਸ਼ ਨੂੰ ਧਾਰਨ ਕਰਕੇ ਰਾਜੇ ਨੇ ਆਪਣਾ ਹੰਕਾਰ ਤਿਆਗ ਦਿੱਤਾ ਅਤੇ ਆਪਣੇ ਵੱਲੋਂ ਰਚੇ ਗ੍ਰੰਥ ਨੂੰ ਸਮੁੰਦਰ ਦੀ ਭੇਟ ਕਰਕੇ ਆਪ ਜਗਨਨਾਥਪੁਰੀ ਪੁੱਜਾ। ਮੰਦਰ ਵਿੱਚ ਹਾਜ਼ਰ ਹੋ ਕੇ ਮੁਆਫੀ ਮੰਗੀ ਅਤੇ ਜੈਦੇਵ ਜੀ ਵੱਲੋਂ ਰਚੇ ਗ੍ਰੰਥ ਗੀਤ ਗੋਬਿੰਦ ਦਾ ਹਰ ਰੋਜ਼ ਪ੍ਰੇਮ ਨਾਲ ਪਾਠ ਕੀਰਤਨ ਕਰਦਾ ਅਤੇ ਸੁਣਦਾ ਰਿਹਾ, ਜਿਸ ਨਾਲ ਉਸ ਦਾ ਵੀ ਜਨਮ ਸਫਲਾ ਹੋਇਆ। ਇਸ ਢੰਗ ਨਾਲ ਕ੍ਰਿਸ਼ਨ ਜੀ ਨੇ ਆਪਣੇ ਭਗਤ ਜੈਦੇਵ ਜੀ ਦਾ ਜਸ ਸਾਰੀ ਜਗਨਨਾਥਪੁਰੀ ਅਤੇ ਹੋਰ ਇਲਾਕੇ ਵਿੱਚ ਪ੍ਰਗਟ ਕੀਤਾ।
ਇੱਕ ਦਿਨ ਜੈਦੇਵ ਜੀ ਇਕੱਲੇ ਹੀ ਜਗਨਨਾਥਪੁਰੀ ਤੋਂ ਕੰਦੂਲੀ ਜਾ ਰਹੇ ਸਨ। ਉਹਨਾਂ ਪਾਸ ਧਨ ਕਾਫੀ ਸੀ। ਜੰਗਲ ਵਿੱਚ ਲੰਘਦਿਆਂ ਉਹਨਾਂ ਨੂੰ ਡਾਕੂ ਮਿਲ ਪਏ। ਭਗਤ ਜੀ ਨੇ ਉਹਨਾਂ ਦੀ ਭਾਵਨਾ ਵੇਖ ਕੇ ਸਾਰਾ ਧਨ ਆਪ ਹੀ ਉਹਨਾਂ ਡਾਕੂਆਂ ਦੇ ਸਪੁਰਦ ਕਰ ਦਿੱਤਾ, ਉਹਨਾਂ ਨੂੰ ਦੇ ਦਿੱਤਾ। ਜਦੋਂ ਡਾਕੂਆਂ ਨੇ ਭਗਤ ਜੈਦੇਵ ਜੀ ਪਾਸੋਂ ਧਨ ਤਾਂ ਲੈ ਲਿਆ, ਤਦ ਉਹਨਾਂ ਵਿੱਚੋਂ ਇੱਕ ਡਾਕੂ ਨੇ ਆਪਣੇ ਸਾਥੀਆਂ ਨੂੰ ਆਖਿਆ ਕਿ ਸਾਨੂੰ ਇਸ ਪੁਰਖ ਨੂੰ ਖਤਮ ਕਰ ਦੇਣਾ ਚਾਹੀਦਾ ਹੈ, ਮਾਰ ਦੇਣਾ ਚਾਹੀਦਾ ਹੈ। ਪਰ ਦੂਜੇ ਡਾਕੂ ਨੇ ਆਖਿਆ ਕਿ ਇਸ ਨੂੰ ਮਾਰਨ ਦਾ ਲਾਭ ਕੀ ਹੈ, ਜਦ ਆਪਣੇ ਆਪ ਹੀ ਉਸ ਪੁਰਸ਼ ਨੇ ਸਾਰਾ ਧਨ ਸਾਨੂੰ ਦੇ ਦਿੱਤਾ ਹੈ ਤੇ ਫਿਰ ਅਸੀਂ ਇਸ ਨੂੰ ਖਤਮ ਕਿਉਂ ਕਰੀਏ। ਪਰ ਪਹਿਲੇ ਡਾਕੂ ਦੇ ਜ਼ਿਆਦਾ ਜਿੱਦ ਕਰਨ ਤੇ ਕਿ ਮਤਾਂ ਇਸ ਨੇ ਸਾਨੂੰ ਪਛਾਣ ਲਿਆ ਹੈ, ਸੋ ਸਾਡਾ ਸਾਰਾ ਭਾਂਡਾ ਬਾਹਰ ਫੁੱਟ ਜਾਵੇਗਾ, ਕੋ ਸਮਾਂ ਆ ਜਾਵੇਗਾ, ਸਾਨੂੰ ਸਜ਼ਾ ਮਿਲ ਸਕਦੀ ਹੈ। ਇਹ ਤਾਦਕ ਦੇ ਡਰ ਦੇ ਅਧੀਨ ਉਹਨਾਂ ਨੇ ਦੂਸਰੇ ਡਾਕੂਆਂ ਦੇ ਜੋ ਉਹਨਾਂ ਨੇ ਜਿੱਦ ਕੀਤੀ, ਸੋ ਉਹਨਾਂ ਜੈਦੇਵ ਜੀ ਦੇ ਦੋਨੋਂ ਹੱਥ ਪੈਰ ਵੱਢ ਕੇ ਪਹਾੜ ਦੀ ਇੱਕ ਕੰਧਰ ਵਿੱਚ ਭਗਤ ਜੀ ਨੂੰ ਸੁੱਟ ਦਿੱਤਾ ਕਿ ਇੱਥੇ ਆਪੇ ਹੀ ਇਸ ਨੂੰ ਜੰਗਲੀ ਜੀਵ ਖਾ ਜਾਣਗੇ। ਉਹਨਾਂ ਨੇ ਜੈਦੇਵ ਜੀ ਦੇ ਹੱਥ ਵੱਢ ਕੇ ਪਹਾੜ ਦੀ ਕੰਧਰ ਵਿੱਚ ਭਗਤ ਜੀ ਨੂੰ ਸੁੱਟ ਦਿੱਤਾ। ਭਗਤ ਜੈਦੇਵ ਜੀ ਪਰਮੇਸ਼ਰ ਦੀ ਇਸ ਖੇਡ ਵਿੱਚ ਰਤਾ ਭਰ ਵੀ ਡੋਲੇ ਨਾ, ਰਾਈ ਭਰ ਵੀ ਸਰੀਰਕ ਦੁੱਖ ਦਾ ਅਸਰ ਨਾ ਮੰਨਿਆ। ਪ੍ਰਭੂ ਕਿਰਪਾ ਦੇ ਨਾਲ ਇੱਕ ਦਿਨ ਕੁਝ ਸਮੇਂ ਪਿੱਛੋਂ ਰਾਜਾ ਸ਼ਿਕਾਰ ਖੇਡਦਾ ਉਸੇ ਥਾਂ ਤੇ ਪੁੱਜ ਗਿਆ ਜਿੱਥੇ ਭਗਤ ਜੈਦੇਵ ਜੀ ਪ੍ਰਭੂ ਰੰਗ ਵਿੱਚ ਮਸਤ ਪਏ ਹੋਏ ਸਨ। ਰਾਜੇ ਨੇ ਨਮਸਕਾਰ ਕੀਤੀ, ਜੈਦੇਵ ਜੀ ਤੋਂ ਹੱਥ ਪੈਰ ਕੱਟੇ ਜਾਣ ਦਾ ਕਾਰਨ ਪੁੱਛਿਆ, ਪਰ ਭਗਤ ਜੀ ਨੇ ਕਿਸੇ ਦੇ ਸਿਰ ਵੀ ਦੋਸ਼ ਨਾ ਮੜਿਆ, ਸਗੋਂ ਆਪਣੇ ਕਰਮਾਂ ਦਾ ਹੀ ਫਲ ਦੱਸਿਆ। ਰਾਜਾ ਦਿਆਲੂ ਸੁਭਾਅ ਦਾ ਸੀ। ਉਸ ਨੇ ਜੈਦੇਵ ਜੀ ਨੂੰ ਪਾਲਕੀ ਵਿੱਚ ਬਿਠਵਾ ਲਿਆ ਅਤੇ ਆਪਣੇ ਨਾਲ ਮਹਿਲਾਂ ਵਿੱਚ ਲੈ ਤੁਰਿਆ। ਸਮਾਂ ਪਾ ਕੇ ਰਾਜਾ ਜੈਦੇਵ ਜੀ ਦਾ ਬਹੁਤ ਸ਼ਰਧਾਲੂ ਹੋ ਗਿਆ। ਰਾਜੇ ਨੇ ਭਗਤ ਜੈਦੇਵ ਜੀ ਦਾ ਹੁਕਮ ਮੰਨ ਕੇ ਆਏ ਗਏ ਮਹਾਤਮਾਵਾਂ, ਅਭਿਆਗਤਾਂ, ਅਤਿਥੀਆਂ ਅਤੇ ਹੋਰ ਲੋੜਵੰਦਾਂ ਦੀ ਸੇਵਾ ਕਰਨੀ ਸ਼ੁਰੂ ਕਰ ਦਿੱਤੀ। ਰਾਜਾ ਵੀ ਪ੍ਰਭੂ ਜੀ ਦੀ ਭਗਤੀ ਕਰਨ ਲੱਗ ਪਿਆ, ਜਿਸ ਕਾਰਨ ਰਾਜੇ ਦੀ ਕੀਰਤੀ ਬਹੁਤ ਵਧਣ ਲੱਗੀ। ਉਹਨਾਂ ਠੱਗਾਂ ਨੇ ਵੀ ਸੁਣਿਆ ਕਿ ਰਾਜਾ ਸੰਤ ਮਹਾਤਮਾ ਦੀ ਬਹੁਤ ਸੇਵਾ ਕਰਦਾ ਹੈ, ਜਿਨ੍ਹਾਂ ਡਾਕੂਆਂ ਨੇ ਭਗਤ ਜੈਦੇਵ ਜੀ ਨੂੰ ਲੁੱਟ ਕੇ ਉਹਨਾਂ ਦੇ ਹੱਥ ਪੈਰ ਵੱਢੇ ਸਨ। ਸੋ ਉਹਨਾਂ ਦੀ ਕੰਨੀ ਵੀ ਕਨਸੋ ਪਈ ਕਿ ਰਾਜਾ ਸੰਤਾਂ ਮਹਾਤਮਾਵਾਂ ਦੀ ਬਹੁਤ ਸੇਵਾ ਕਰਦਾ ਹੈ। ਸੋ ਲੋਭ ਵਸ ਹੋਏ ਉਹਨਾਂ ਡਾਕੂਆਂ ਨੇ ਵੀ ਮਹਾਤਮਾਵਾਂ ਵਾਲੇ, ਅਭਿਆਗਤਾਂ ਵਾਲੇ ਵਸਤਰ ਪਹਿਨ ਲਏ ਅਤੇ ਰਾਜੇ ਦੇ ਦਰਬਾਰ ਪੁੱਜ ਗਏ। ਦਰਬਾਰ ਵਿੱਚ ਪੁੱਜਦਿਆਂ ਉਹਨਾਂ ਰਾਜੇ ਪਾਸ ਭਗਤ ਜੈਦੇਵ ਜੀ ਨੂੰ ਬੈਠਿਆਂ ਤੱਕ ਲਿਆ ਤੇ ਨਾਲ ਹੀ ਉਹਨਾਂ ਭਗਤ ਜੈਦੇਵ ਨੂੰ ਪਛਾਣ ਵੀ ਲਿਆ। ਭਗਤ ਜੈਦੇਵ ਜੀ ਨੇ ਵੀ ਪਛਾਣ ਲਿਆ ਕਿ ਉਹ ਹੀ ਡਾਕੂ ਹਨ ਜਿਨ੍ਹਾਂ ਨੇ ਮੇਰੇ ਹੱਥ ਪੈਰ ਵੱਢੇ ਸਨ। ਪਰ ਭਗਤ ਜੈਦੇਵ ਜੀ ਭਗਤ ਬਿਰਤੀ ਵਿੱਚ, ਪਰਮੇਸ਼ਰ ਦੇ ਪਿਆਰ ਵਿੱਚ, ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਢਾਏ ਵਾਲੀ ਬਿਰਤੀ ਭਗਤ ਜੀ ਨੂੰ ਤਾਂ ਪ੍ਰਾਪਤ ਹੋ ਚੁੱਕੀ ਸੀ। ਉਹਨਾਂ ਵੈਰ ਭਾਵ ਤਿਆਗ ਕੇ ਉਹਨਾਂ ਦੀ ਸੇਵਾ ਪਰਮ ਮਿੱਤਰਾਂ ਵਾਂਗੂ ਕਰਵਾਈ। ਜੈਦੇਵ ਜੀ ਨੇ ਰਾਜੇ ਨੂੰ ਆਖਿਆ ਕਿ ਪ੍ਰਤਾਪੀ ਮਹਾਤਮਾ ਹਨ। ਜੈਦੇਵ ਜੀ ਨੇ ਰਾਜੇ ਨੂੰ ਵੀ ਆਖਿਆ ਉਹਨਾਂ ਡਾਕੂਆਂ ਦੇ ਪ੍ਰਥਾਏ ਕਿ ਬਹੁਤ ਪ੍ਰਤਾਪੀ ਮਹਾਤਮਾ ਹਨ, ਜਿਸ ਕਾਰਨ ਰਾਜੇ ਨੇ ਉਹਨਾਂ ਦੀ ਉਚੇਚੀ ਸੇਵਾ ਕੀਤੀ। ਪਰ ਉਧਰ ਡਾਕੂਆਂ ਨੂੰ ਅੰਦਰੋਂ ਅੰਦਰ ਆਪਣੇ ਕੀਤੇ ਪਾਪ ਦਾ ਸੰਸਾ ਖਾਈ ਜਾਵੇ ਕਿ ਜੈਦੇਵ ਨੇ ਸਾਨੂੰ ਪਛਾਣ ਲਿਆ ਹੈ ਔਰ ਇਹ ਸਾਡੀ ਸੇਵਾ ਵੀ ਬੜੀ ਉਚੇਚੀ ਕਰਵਾ ਰਿਹਾ ਹੈ, ਹੁਣ ਸਾਨੂੰ ਜ਼ਰੂਰ ਕਿਸੇ ਨਾ ਕਿਸੇ ਢੰਗ ਨਾਲ ਕੈਦ ਵਿੱਚ ਫਸਾ ਦੇਣਗੇ। ਇਸ ਕਾਰਨ ਉਹ ਹਰ ਰੋਜ਼ ਛੁੱਟੀ ਮੰਗਣ, ਪਰ ਜੈਦੇਵ ਜੀ ਤੇ ਰਾਜਾ ਉਹਨਾਂ ਨੂੰ ਛੁੱਟੀ ਨਾ ਦੇਵੇ। ਠੱਗਾਂ ਨੇ ਅੰਤ ਇੱਕ ਦਿਨ ਬਹੁਤ ਖਹਿੜਾ ਕੀਤਾ। ਰਾਜਾ ਅਤੇ ਭਗਤ ਜੈਦੇਵ ਜੀ ਨੇ ਬੇਅੰਤ ਪਦਾਰਥ, ਹੀਰੇ ਮੋਤੀ, ਵਸਤਰ, ਧਨ ਦੌਲਤ ਦੀਆਂ ਖੱਚਰਾਂ ਲੱਦ ਕੇ ਤੇ ਨਾਲ ਰਾਖੀ ਵਾਸਤੇ ਸਿਪਾਹੀ ਦੇ ਕੇ ਬੜੇ ਪਿਆਰ ਸਤਿਕਾਰ ਨਾਲ ਉਹਨਾਂ ਨੂੰ ਵਿਦਾਇਗੀ ਦੇ ਦਿੱਤੀ। ਰਸਤੇ ਵਿੱਚ ਸਿਪਾਹੀਆਂ ਨੇ ਉਹਨਾਂ ਸਾਧੂਆਂ ਦੇ ਭੇਖ ਵਿੱਚ ਡਾਕੂਆਂ ਪਾਸੋਂ ਪੁੱਛਿਆ ਕਿ ਤੁਹਾਡਾ ਭਗਤ ਜੈਦੇਵ ਜੀ ਨੇ ਬਹੁਤ ਸਤਿਕਾਰ ਕੀਤਾ, ਇਹਦਾ ਕਾਰਨ ਕੀ ਹੈ? ਠੱਗਾਂ ਦਾ ਮਨ ਤਾਂ ਕਠੋਰ ਹੀ ਸੀ। ਉਹਨਾਂ ਆਪਣਾ ਔਗਣ ਪ੍ਰਗਟ ਕਰਨ ਦੀ ਥਾਂ ਉਲਟੀ ਮਨ ਕਰਤ ਕਹਾਣੀ ਸੁਣਾ ਦਿੱਤੀ ਕਿ ਇੱਕ ਦਿਆਲੂ ਰਾਜਾ ਸਾਡਾ ਸੇਵਕ ਸੀ, ਇਹ ਜੈਦੇਵ ਉਸ ਦਾ ਨੌਕਰ ਸੀ। ਇਸ ਨੇ ਬਹੁਤ ਕੁਕਰਮ ਕੀਤੇ ਜਿਨ੍ਹਾਂ ਦਾ ਵਰਣਨ ਕਰਨਾ ਔਖਾ ਹੈ। ਜਿਨ੍ਹਾਂ ਕੁਕਰਮਾਂ ਦੇ ਫਲ ਸਰੂਪ ਜੈਦੇਵ ਦੇ ਹੱਥ ਪੈਰ ਵੱਢ ਕੇ ਜੰਗਲ ਵਿੱਚ ਸੁੱਟ ਦਿੱਤੇ ਜਾਣ ਦੀ ਸਜ਼ਾ ਰਾਜੇ ਵੱਲੋਂ ਸੁਣਾਈ ਗਈ ਸੀ। ਸੋ ਜੈਦੇਵ ਨੇ ਆਪਣਾ ਭੇਤ ਲੁਕਾਈ ਰੱਖਣ ਵਾਸਤੇ ਸਾਡੀ ਸੇਵਾ ਕੀਤੀ ਹੈ, ਤਾਂ ਜੋ ਇਸ ਰਾਜੇ ਨੂੰ ਜੈਦੇਵ ਦੇ ਪਿਛੋਕੜ ਦੇ ਸੰਬੰਧ ਵਿੱਚ ਪਤਾ ਨਾ ਲੱਗ ਜਾਵੇ।
ਉਹਨਾਂ ਦੁਸ਼ਟਾਂ ਵੱਲੋਂ ਜਦੋਂ ਅਜਿਹੀ ਮਨ ਘੜਤ ਵਾਰਤਾ ਸੁਣਾਈ ਗਈ ਤਾਂ ਤੁਰੰਤ ਧਰਤੀ ਕੰਬ ਕੇ ਫਟ ਗਈ ਅਤੇ ਦੁਸ਼ਟ ਪੁਰਸ਼ ਧਰਤੀ ਵਿੱਚ ਹੀ ਗਰਕ ਹੋ ਗਏ। ਇਸ ਘਟਨਾ ਨੂੰ ਵੇਖ ਕੇ ਸਿਪਾਹੀ ਬਹੁਤ ਹੈਰਾਨ ਹੋਏ। ਵਾਪਸ ਮੁੜ ਕੇ ਉਹਨਾਂ ਨੇ ਰਾਜੇ ਨੂੰ ਉਹਨਾਂ ਸਾਧੂਆਂ ਦੇ ਗਰਕ ਹੋ ਜਾਣ ਦੀ ਸਾਰੀ ਵਿਥਿਆ ਸੁਣਾਉਣਾ ਕੀਤੀ ਅਤੇ ਧਨ ਆਦਿਕ ਜੋ ਰਾਜੇ ਨੇ ਉਹਨਾਂ ਡਾਕੂਆਂ ਨੂੰ ਦਿੱਤਾ ਸੀ ਉਹ ਵਾਪਸ ਲਿਆ ਕੇ ਰਾਜੇ ਨੂੰ ਸੌਂਪ ਦਿੱਤਾ। ਜਦੋਂ ਭਗਤ ਜੈਦੇਵ ਜੀ ਨੂੰ ਰਾਜੇ ਪਾਸੋਂ ਉਹਨਾਂ ਦੇ ਗਰਕ ਹੋ ਜਾਣ ਦਾ ਪਤਾ ਲੱਗਾ ਤਾਂ ਔਖੇ ਔਖੇ ਸਾਹ ਲੈਂਦੇ ਹਾਏ ਹਾਏ ਕਰਦੇ ਆਪਣੇ ਟੁੰਡਾਂ ਨੂੰ ਧਰਤੀ ਤੇ ਮਾਰਨ ਲੱਗੇ, ਕਿਉਂਕਿ ਭਗਤ ਜੀ ਨਹੀਂ ਸਨ ਚਾਹੁੰਦੇ ਕਿ ਇਹ ਦੁਸ਼ਟ ਬੰਦੇ ਇਸ ਨਿੰਦਿਆ ਦੇ ਭਾਪ ਨੂੰ ਆਪਣੇ ਸਿਰ ਲੈ ਕੇ ਮਰਨ। ਸਗੋਂ ਭਗਤ ਜੀ ਦਾ ਤਾਂ ਬਹੁਤਾ ਧਨ ਦੇ ਕੇ ਉਹਨਾਂ ਦੀ ਮਾਇਆ ਨਾਲ ਤ੍ਰਿਪਤੀ ਕਰਵਾਉਣ ਅਤੇ ਅੱਗੋਂ ਲੋਕਾਂ ਨੂੰ ਲੁੱਟ ਮਾਰਨ ਵਾਲੇ ਭੈੜੇ ਸੁਭਾਅ ਨੂੰ ਬਦਲਣ ਦਾ ਵਿਚਾਰ ਸੀ, ਪਰ ਖੋਟੇ ਭਾਗਾਂ ਕਾਰਨ ਇਹਨਾਂ ਚੰਡਾਲਾਂ ਦਾ ਮਨ ਭਗਤ ਜੀ ਦੀ ਸੰਗਤ ਕਰਕੇ ਵੀ ਨਾ ਬਦਲਿਆ। ਜਦੋਂ ਭਗਤ ਜੈਦੇਵ ਜੀ ਆਪਣੇ ਟੁੰਡੇ ਹੱਥ ਧਰਤੀ ਉੱਪਰ ਮਾਰ ਕੇ ਹਾਏ ਹਾਏ ਕਰ ਰਹੇ ਸਨ, ਤਦ ਜੈਦੇਵ ਦੇ ਇਹ ਹੱਥ ਪਰਮੇਸ਼ਰ ਨੇ ਮਿਹਰ ਕਰਕੇ ਪਹਿਲਾਂ ਵਾਂਗੂ ਸਾਬਤ ਕਰ ਦਿੱਤਾ। ਇਸ ਕੌਤਕ ਨੂੰ ਵੇਖ ਕੇ ਰਾਜਾ, ਪਰਜਾ, ਮੰਤਰੀ ਤੇ ਸਾਰੇ ਹਾਜ਼ਰ ਉੱਥੇ ਬਹੁਤ ਹੈਰਾਨ ਹੋਏ। ਰਾਜਾ ਨੇ ਇਸ ਘਟਨਾ ਦੇ ਭੇਦ ਨੂੰ ਪ੍ਰਗਟ ਕਰਨ ਵਾਸਤੇ ਭਗਤ ਜੀ ਪਾਸ ਬੇਨਤੀ ਕੀਤੀ ਕਿ ਅਸਲ ਵਿੱਚ ਸਾਡਾ ਸ਼ੰਕਾ ਨਿਵਰਤ ਕਰੋ, ਇਹ ਸਾਰੀ ਵਿਥਿਆ ਹੈ ਕੀ? ਤੋ ਜੈਦੇਵ ਜੀ ਨੇ ਠੱਗਾਂ ਨਾਲ ਵਾਪਰੀ ਪੁਰਾਣੀ ਸਾਰੀ ਘਟਨਾ ਸਪਸ਼ਟ ਸ਼ਬਦਾਂ ਵਿੱਚ ਸੁਣਾ ਦਿੱਤੀ ਕਿ ਇਹਨਾਂ ਗਰਕ ਹੋ ਜਾਣ ਵਾਲੇ ਠੱਗਾਂ ਨੇ ਮਾਇਆ ਦੇ ਲਾਲਚ ਵਿੱਚ ਮੇਰੇ ਹੱਥ ਵੱਢੇ ਸਨ ਅਤੇ ਮੈਨੂੰ ਪਹਾੜ ਦੀ ਕੁੰਦਰ ਵਿੱਚ ਸੁੱਟਿਆ ਸੀ। ਰਾਜੇ ਦਾ ਸੰਸਾ ਨਿਵਰਤ ਕਰਨ ਵਾਸਤੇ ਭਗਤ ਜੀ ਨੇ ਆਖਿਆ ਕਿ ਹੇ ਰਾਜਨ, ਇਹਨਾਂ ਪੁਰਸ਼ਾਂ ਦੇ ਧਰਤੀ ਵਿੱਚ ਗਰਕ ਹੋਣ ਦਾ ਮੈਨੂੰ ਬਹੁਤ ਦੁੱਖ ਹੋਇਆ। ਜੇਕਰ ਉਹ ਪੁਰਸ਼ ਬੇਦੋਸ਼ ਨੂੰ ਦੋਸ਼ ਲਾਉਣ ਦਾ ਪਾਪ ਨਾ ਕਰਦੇ, ਕਿਉਂਕਿ ਨਿੰਦਿਆ ਰੂਪੀ ਪਾਪ ਧਰਤੀ ਦੇ ਭਾਰ ਨਾਲੋਂ ਵੀ ਕਈ ਗੁਣਾ ਭਾਰਾ ਹੈ, ਇਸ ਘੋਰ ਪਾਪ ਨੂੰ ਆਪਣੇ ਨਾਲ ਲੈ ਕੇ ਹੀ ਧਰਤੀ ਵਿੱਚ ਗਰਕ ਹੋ ਗਏ। ਮੇਰੀ ਹਾਰਦਿਕ ਮਨੋਂ ਉਪਜੀ ਪਿਆਰ ਭਰੀ ਸ਼ੁਭ ਭਾਵਨਾ, ਸ਼ੁਭ ਇੱਛਾ ਸੀ ਕਿ ਇਹ ਠੱਗ ਇਸ ਮਨੁੱਖਾ ਜਨਮ ਵਿੱਚ ਆਪਣੇ ਕੀਤੇ ਅਪਰਾਧਾਂ ਦਾ ਪਛਤਾਤਾਪ ਕਰਕੇ ਪ੍ਰਭੂ ਜੀ ਦੀ ਪ੍ਰੇਮਾ ਭਗਤੀ ਵਿੱਚ ਜੁਟ ਜਾਣ, ਇਹਨਾਂ ਦੀ ਦੁਨਿਆਵੀ ਪੱਖੋਂ ਮਾਇਆ ਵਾਲੇ ਪਾਸਿਓਂ ਤ੍ਰਿਪਤੀ ਹੋ ਜਾਵੇ, ਲੋਕਾਂ ਦੇ ਨਾਲ ਇਹ ਧੱਕਾ ਕਰਨਾ ਬੰਦ ਕਰ ਦੇਣ ਤੇ ਪਰਮੇਸ਼ਰ ਦੀ ਭਗਤੀ ਵਿੱਚ ਲੀਨ ਹੋ ਕੇ ਆਪਣੇ ਕੀਤੇ ਪਾਪਾਂ ਦਾ ਪਛਤਾਤਾਪ ਕਰ ਲੈਣ ਤੇ ਇਹਨਾਂ ਦਾ ਵੀ ਅੱਗਾ ਸੌਰ ਜਾਵੇ। ਧਨ ਇਸ ਵਾਸਤੇ ਦਿੱਤਾ ਸੀ ਕਿ ਉਹ ਪਾਪਾਂ ਦੁਆਰਾ ਧਨ ਇਕੱਠਾ ਨਾ ਕਰਨ, ਪਰ ਮੰਦੇ ਭਾਗਾਂ ਕਾਰਨ ਸਰੀਰ ਵੀ ਨਸ਼ਟ ਹੋ ਗਏ ਤੇ ਧਨ ਤੋਂ ਵੀ ਵਾਂਝੇ ਰਹਿ ਗਏ, ਤੇ ਜੋ ਉਹਨਾਂ ਪਾਪ ਕੀਤੇ ਉਹ ਉਹਨਾਂ ਦੀ ਆਤਮਾ ਦੇ ਨਾਲ ਚਲੇ ਗਏ। ਇਸ ਸਾਰੀ ਘਟਨਾ ਦਾ ਮੇਰੇ ਮਨ ਤੇ ਬਹੁਤ ਦੁੱਖ ਹੋਇਆ ਹੈ। ਇਸੇ ਕਾਰਨ ਮੈਂ ਆਪਣੇ ਟੁੰਡ ਧਰਤੀ ਤੇ ਮਾਰ ਮਾਰ ਕੇ ਰੋਇਆ ਹਾਂ, ਪਰ ਪ੍ਰਭੂ ਜੀ ਨੇ ਮਿਹਰ ਕਰਕੇ ਮੇਰੇ ਕੱਟੇ ਹੋਏ ਹੱਥ ਮੁੜ ਸਾਬਤ ਕਰ ਦਿੱਤੇ ਹਨ। ਇਹ ਸਾਰੀ ਵਾਰਤਾ ਸੁਣ ਕੇ ਰਾਜਾ ਬਹੁਤ ਪ੍ਰਭਾਵਿਤ ਹੋਇਆ ਅਤੇ ਭਗਤ ਜੀ ਦਾ ਹੋਰ ਵੀ ਵਧੇਰੇ ਸ਼ਰਧਾਲੂ ਬਣ ਗਿਆ। ਰਾਜਾ ਭਗਤ ਜੈਦੇਵ ਜੀ ਦੇ ਇਸ ਵਤੀਰੇ ਤੋਂ ਬਹੁਤ ਖਿੱਚਿਆ ਗਿਆ ਕਿ ਮਹਾਂਪੁਰਸ਼ ਧਨ ਹਨ ਜਿਹੜੇ ਭੈੜਾ ਵਰਤਾਓ ਕਰਨ ਵਾਲੇ ਦੇ ਵੀ ਔਗਣਾਂ ਨੂੰ ਚਿਤਾਰਦੇ ਨਹੀਂ, ਸਗੋਂ ਉਹਨਾਂ ਲਈ ਵੀ ਉਪਕਾਰ ਕਰਨ ਵਾਸਤੇ ਤਤਪਰ ਰਹਿੰਦੇ ਹਨ। ਰਾਜੇ ਨੇ ਬੇਨਤੀ ਕੀਤੀ ਕਿ ਭਗਤ ਜੀ, ਹੁਣ ਤੁਸੀਂ ਸਾਡੇ ਪਾਸ ਹੀ ਰਹਿਣ ਦੀ ਕਿਰਪਾਲਤਾ ਕਰੋ। ਭਗਤ ਜੀ ਨੇ ਬੇਨਤੀ ਪ੍ਰਵਾਨ ਕਰ ਲਈ। ਰਾਜੇ ਨੇ ਆਪਣੇ ਸੇਵਕਾਂ ਨੂੰ ਕਿੰਦੂ ਬਲ ਭਾਵ ਕਿੰਦੂਲੀ ਨਗਰ ਭੇਜਿਆ ਅਤੇ ਜੈਦੇਵ ਜੀ ਦੀ ਪਤਨੀ ਨੂੰ ਬੜੇ ਸਤਿਕਾਰ ਸਹਿਤ ਪਾਲਕੀ ਵਿੱਚ ਬਿਠਾ ਕੇ ਲੈ ਆਂਦਾ। ਰਾਣੀ ਨੇ ਆਪਣੀਆਂ ਗੋਲੀਆਂ ਸਮੇਤ ਅੱਗੇ ਜਾ ਕੇ ਸਤਿਕਾਰ ਨਾਲ ਭਗਤ ਜੈਦੇਵ ਜੀ ਦੀ ਪਤਨੀ ਦੀ ਵੀ ਆਓ ਭਗਤ ਕੀਤੀ ਅਤੇ ਭਗਤ ਜੀ ਦੀ ਰਿਹਾਇਸ਼ ਦਾ ਵਧੀਆ ਪ੍ਰਬੰਧ ਕਰ ਦਿੱਤਾ। ਰਾਜੇ ਦਾ ਭਰਾ ਜਿਹੜਾ ਆਨਪੁਰ ਇਲਾਕੇ ਦਾ ਰਾਜਾ ਸੀ, ਸਵਰਗਵਾਸ ਹੋ ਗਿਆ। ਉਸ ਦੀ ਚਿਤਾ ਵਿੱਚ ਰਾਣੀਆਂ ਦੇ ਜਲ ਮਰਨ, ਮਹਿਲਾਂ ਤੋਂ ਛਾਲ ਮਾਰਨ, ਆਪਣੇ ਛੁਰੇ ਮਾਰ ਕੇ ਮਰ ਜਾਣ ਦੀਆਂ ਸੂਚਨਾਵਾਂ ਇੱਕ ਸੇਵਕ ਪਾਸੋਂ ਰਾਜਾ ਅਤੇ ਰਾਣੀ ਨੇ ਸੁਣੀਆਂ। ਰਾਣੀ ਇਹ ਸਾਰੀ ਗੱਲ ਸੁਣ ਕੇ ਮੂਰਛਿਤ ਹੋ ਗਈ। ਭਗਤ ਜੀ ਦੀ ਪਤਨੀ ਨੇ ਮੂੰਹ ਵਿੱਚ ਜਲ ਪਾਇਆ ਤੇ ਸਾਵਧਾਨ ਕੀਤਾ। ਰਾਜਾ ਰਾਣੀ ਦੋਵੇਂ ਆਖਣ ਲੱਗੇ ਕਿ ਰਾਣੀਆਂ ਧਨ ਹਨ ਜਿਨ੍ਹਾਂ ਨੇ ਚਿਤਾ ਵਿੱਚ ਜਲ ਮਰ ਕੇ ਸੱਚੀ ਪ੍ਰੀਤ ਨਿਭਾਈ ਹੈ। ਪਰ ਭਗਤ ਜੀ ਦੀ ਪਤਨੀ ਨੇ ਅਸਲੀਅਤ ਉਘਾੜਦਿਆਂ ਆਖਿਆ ਕਿ ਰਾਜਾ ਜੀ, ਰਾਣੀਆਂ ਤੁਹਾਡੇ ਭਰਾ ਦੀ ਚਿਤਾ ਵਿੱਚ ਪ੍ਰੀਤ ਕਰਕੇ ਨਹੀਂ, ਸਗੋਂ ਹੱਠ ਕਰਕੇ ਮਰੀਆਂ ਹਨ। ਇਹ ਅਗਿਆਨਤਾ ਹੈ। ਅਸਲ ਪਤੀਵਰਤਾ ਉਹ ਹੈ ਜਿਹੜੀ ਪਤੀ ਦੀ ਮ੍ਰਿਤੂ ਸੁਣਦੇ ਸਾਰ ਪਿਆਰ ਵਸ ਹੋਈ ਪ੍ਰਾਣਾਂ ਦਾ ਤਿਆਗ ਕਰ ਦੇਵੇ, ਨਾ ਕਿ ਚਿਤਾ ਦੇ ਵਿੱਚ ਹੱਠ ਨਾਲ ਸੜ ਮਰੇ। ਰਾਣੀ ਨੇ ਭਗਤ ਜੀ ਦੀ ਪਤਨੀ ਦੇ ਵਿਚਾਰਾਂ ਨੂੰ ਸੁਣ ਕੇ ਮਨ ਵਿੱਚ ਥੋੜਾ ਬੁਰਾ ਮਨਾਇਆ ਅਤੇ ਭਗਤ ਜੀ ਦੀ ਪਤਨੀ ਦੀ ਪ੍ਰੀਖਿਆ ਲੈਣ ਵਾਸਤੇ ਰਾਜੇ ਨਾਲ ਸਲਾਹ ਕੀਤੀ।
ਰਾਜੇ ਨੇ ਆਖਿਆ, ਤੂੰ ਐਵੇਂ ਕਰਕੇ ਕੀਤੀ ਸੇਵਾ ਵਿਅਰਥ ਗਵਾ ਲੈਣੀ ਹੈ, ਸੋ ਇਸ ਕਰਕੇ ਆਪਣੇ ਇਸ ਖਿਆਲ ਦਾ ਤਿਆਗ ਕਰ ਦੇ। ਪਰ ਮਨ ਦੀ ਖੋਟੀ ਰਾਣੀ ਨੇ ਰਾਜਾ ਜੀ ਦੇ ਸਮਝਾਉਣ ਦੇ ਬਾਵਜੂਦ ਵੀ ਇੱਕ ਦਿਨ ਸਵੇਰ ਵੇਲੇ ਜਦੋਂ ਰਾਜਾ ਜੀ ਅਤੇ ਭਗਤ ਜੀ ਸੈਰ ਨੂੰ ਗਏ ਹੋਏ ਸਨ, ਤਦ ਉਸ ਰਾਣੀ ਨੇ ਇੱਕ ਨੌਕਰਾਣੀ ਪਾਸੋਂ ਭਗਤ ਜੀ ਦੀ ਪਤਨੀ ਨੂੰ ਝੂਠੀ ਖਬਰ ਪਹੁੰਚਾ ਦਿੱਤੀ ਕਿ ਭਗਤ ਜੈਦੇਵ ਜੀ ਸਵਰਗਵਾਸ ਹੋ ਗਏ ਹਨ। ਰਾਣੀ ਅਤੇ ਗਵਾਂਢਣਾ ਇਕੱਠੀਆਂ ਹੋ ਕੇ ਰੋਣ ਲੱਗ ਪਈਆਂ, ਪਰ ਭਗਤ ਜੀ ਦੀ ਪਤਨੀ ਹੱਸ ਕੇ ਬੋਲੀ ਕਿ ਭਗਤ ਜੀ ਤਾਂ ਬਾਗ ਵਿੱਚ ਸੈਰ ਕਰ ਰਹੇ ਨੇ, ਤੁਸੀਂ ਐਵੇਂ ਝੂਠ ਬੋਲ ਰਹੀਆਂ ਹੋ। ਜਦੋਂ ਸੁਆਮੀ ਜੀ ਨੇ ਪ੍ਰਭੂ ਜੀ ਦੇ ਦੇਸ਼ ਪਧਾਰਨਾ ਹੈ ਤਾਂ ਮੈਨੂੰ ਪਹਿਲਾਂ ਹੀ ਪਤਾ ਲੱਗ ਜਾਣਾ। ਉਪਰੋਕਤ ਵਿਚਾਰਾਂ ਨੂੰ ਸੁਣ ਕੇ ਰਾਣੀ ਅਤੇ ਗਵਾਂਢਣਾ ਬਹੁਤ ਸ਼ਰਮਿੰਦੀਆਂ ਹੋਈਆਂ। ਜਦੋਂ ਕੁਝ ਸਮਾਂ ਹੋਰ ਲੰਘਿਆ ਤਾਂ ਦੁਬਾਰਾ ਰਾਣੀ ਨੇ ਭਗਤ ਜੈਦੇਵ ਜੀ ਦੇ ਸਵਰਗਵਾਸ ਹੋ ਜਾਣ ਦੀ ਅਫਵਾਹ ਫੈਲਾ ਦਿੱਤੀ। ਪਰੰਤੂ ਭਗਤ ਜੀ ਦੀ ਪਤਨੀ ਨੇ ਅੰਤਰ ਧਿਆਨ ਹੋ ਕੇ ਵੇਖਿਆ ਤਾਂ ਭਗਤ ਜੀ ਅਨੰਤ ਪੂਰਵਕ ਸਨ, ਕਿਉਂਕਿ ਰਾਣੀ ਬਾਰ-ਬਾਰ ਅਫਵਾਹ ਫੈਲਾ ਕੇ ਭਗਤ ਜੀ ਦੀ ਪਤਨੀ ਦੀ ਪ੍ਰੀਖਿਆ ਲੈਣੀ ਚਾਹੁੰਦੀ ਸੀ। ਸੋ ਭਗਤ ਜੀ ਦੀ ਪਤਨੀ ਨੂੰ ਵੀ ਇਸ ਗੱਲ ਦਾ ਅਹਿਸਾਸ ਹੋ ਗਿਆ। ਸੋ ਇਸ ਕਰਕੇ ਭਗਤ ਜੀ ਦੀ ਪਤਨੀ ਨੇ ਸਰੀਰ ਤਿਆਗ ਦਿੱਤਾ। ਜਦੋਂ ਰਾਣੀ ਨੇ ਵੇਖਿਆ ਤਾਂ ਡਰਦੀ ਕੰਬਣ ਲੱਗੀ, ਰੰਗ ਪੀਲਾ ਹੋ ਗਿਆ, ਚਿੰਤਾਤੁਰ ਹੋ ਗਈ ਕਿ ਹੁਣ ਮੈਂ ਰਾਜਾ ਜੀ ਨੂੰ ਜਵਾਬ ਕੀ ਦੇਵਾਂਗੀ। ਜਦੋਂ ਰਾਜੇ ਨੂੰ ਇਸ ਅਫਸੋਸਨਾਕ ਘਟਨਾ ਦਾ ਪਤਾ ਲੱਗਾ ਤਾਂ ਉਸ ਨੇ ਆਪਣਾ ਸਿਰ ਧਰਤੀ ਤੇ ਪਟਕਾਉਣਾ ਸ਼ੁਰੂ ਕਰ ਦਿੱਤਾ ਕਿ ਸਾਡੀ ਸਾਰੀ ਸੇਵਾ ਤੇਰੀ ਇਸ ਮੂਰਖਤਾ ਕਾਰਨ ਵਿਅਰਥ ਚਲੇ ਗਈ, ਅਤੇ ਮਨ ਵਿੱਚ ਵਿਚਾਰਨ ਲੱਗਾ ਕਿ ਜੇਕਰ ਰਾਣੀ ਨੂੰ ਮਾਰਾਂ ਤਾਂ ਪਾਪ ਲੱਗੇਗਾ, ਤੇ ਪਰ ਉਧਰ ਭਗਤ ਜੈਦੇਵ ਜੀ ਨੂੰ ਵੀ ਮੈਂ ਕੀ ਮੂੰਹ ਦਿਖਾਵਾਂਗਾ ਕਿ ਮੇਰੀ ਰਾਣੀ ਨੇ ਕੀ ਇਹ ਮੂਰਖਤਾ ਕੀਤੀ ਹੈ। ਰਾਜੇ ਨੇ ਚਿਖਾ ਚਿਣ ਕੇ ਆਪ ਜਲ ਮਰਨ ਦੀ ਤਿਆਰੀ ਕਰ ਲਈ। ਜਦ ਭਗਤ ਜੀ ਨੂੰ ਪਤਾ ਲੱਗਾ ਤਾਂ ਉਹਨਾਂ ਆਖਿਆ ਕਿ ਰਾਜਨ, ਜੰਮਣ ਮਰਨਾ ਸੰਸਾਰ ਦੀ ਰੀਤ ਹੈ, ਤੁਸੀਂ ਤਾਂ ਗਿਆਨਵਾਨ ਪੁਰਖ ਹੋ, ਅਜਿਹਾ ਕਰਨਾ ਤੁਹਾਨੂੰ ਸ਼ੋਭਦਾ ਨਹੀਂ। ਕਾਫੀ ਸਮਝਾਉਣ ਦੇ ਬਾਵਜੂਦ ਰਾਜੇ ਨੇ ਜਲ ਕੇ ਮਰਨ ਦਾ ਇਰਾਦਾ ਤਿਆਗ ਦਿੱਤਾ। ਪਰ ਭਗਤ ਜੀ ਨੇ ਪ੍ਰਭੂ ਜੀ ਦੇ ਚਰਨਾਂ ਵਿੱਚ ਸੁਰਤ ਜੋੜ ਕੇ ਹਰੀ ਕੀਰਤਨ ਆਰੰਭ ਕਰ ਦਿੱਤਾ। ਥੋੜੇ ਸਮੇਂ ਪਿੱਛੋਂ ਭਗਤ ਜੀ ਦੀ ਸੁਪਤਨੀ ਉੱਠ ਕੇ ਬੈਠ ਗਈ ਅਤੇ ਪ੍ਰਭੂ ਜੀ ਦੀ ਕੀਰਤੀ ਵਿੱਚ ਭਗਤ ਜੈਦੇਵ ਜੀ ਦਾ ਸਾਥ ਦੇਣ ਲੱਗੀ, ਕਿਉਂਕਿ ਸਤਿਗੁਰੂ ਜੀ ਦਾ ਬਚਨ ਹੈ ਨਾ, ਮਿਰਤ ਕਉ ਜੀਵਾਲਨਹਾਰ। ਪਰਮੇਸ਼ਰ ਦੇ ਲਈ ਮਰੇ ਹੋਏ ਨੂੰ ਜਿਉਣਾ ਕਰਨਾ ਬਹੁਤ ਔਖੀ ਖੇਡ ਨਹੀਂ, ਇਹ ਪਰਮੇਸ਼ਰ ਦਾ ਬਹੁਤ ਸੌਖਾ ਕਾਰਜ ਹੈ। ਭਗਤ ਵਸ਼ਲ ਸਰਬ ਵਿਆਪਕ ਪ੍ਰਭੂ ਜੀ ਭਗਤ ਜੀ ਦੀ ਪ੍ਰੇਮਾ ਭਗਤੀ ਤੇ ਪ੍ਰਸੰਨ ਹੋਏ ਅਤੇ ਉਹਨਾਂ ਨੇ ਇਹ ਸਾਰੀ ਖੇਡ ਵਰਤਾਈ। ਭਗਤ ਜੀ ਅਤੇ ਉਹਨਾਂ ਦੀ ਉਪਮਾ ਬਹੁਤ ਵੱਧ ਗਈ, ਪਰ ਰਾਜਾ ਸ਼ਰਮਿੰਦਗੀ ਦਾ ਮਾਰਿਆ ਅੱਖ ਨਾ ਚੁੱਕੇ। ਕਾਫੀ ਸਮਾਂ ਭਗਤ ਜੀ ਨੇ ਰਾਜੇ ਨੂੰ ਪਹਿਲਾਂ ਵਾਲੀ ਪਿਆਰ ਅਵਸਥਾ ਵਿੱਚ ਲਿਆਉਣ ਦਾ ਉਪਰਾਲਾ ਕੀਤਾ, ਪਰ ਰਾਜਾ ਰਾਣੀ ਵੱਲੋਂ ਹੋਈ ਭੁੱਲ ਕਾਰਨ ਨਿੰਮੋ ਝੂਣਾ ਹੋ ਕੇ ਸ਼ਰਮਸਾਰ ਹੀ ਰਹਿੰਦਾ ਰਿਹਾ। ਅਖੀਰ ਭਗਤ ਜੀ ਅਤੇ ਉਹਨਾਂ ਦੀ ਪਤਨੀ ਨੇ ਆਪਣੇ ਨਗਰ ਕੇਂਦਲੀ ਜਾਣ ਦਾ ਮਨ ਬਣਾ ਲਿਆ ਅਤੇ ਉੱਥੇ ਚਲੇ ਗਏ। ਬਾਕੀ ਸਮਾਂ ਪ੍ਰਭੂ ਭਗਤੀ ਵਿੱਚ ਲੀਨ ਇਹਨਾਂ ਨੇ ਉੱਥੇ ਹੀ ਬਤੀਤ ਕੀਤਾ। ਅਨੇਕਾਂ ਪੁਰਖਾਂ ਨੇ ਉਹਨਾਂ ਦੀ ਸੰਗਤ ਤੋਂ ਲਾਭ ਉਠਾਇਆ।